लोक इंसाफ पार्टी के मुखी सिमरनजीत सिंह बैंस वालों अज ऐलान किया गया है कि उन्होंने पार्टी वालों किसान अंदोलन च वध चढ़ के हिस्सा लिया जाएगा। उन्होंने कहा है कि किसानों वालों 12 तरीक को जो टोल प्लाजे बंद करन अते 14 तरीक को दिल्ली जयपुर हाईवे बंद करन दा ऐलान किया गया है। उस विच पार्टी वर्कर अते ओह वध चढ़ के हिस्सा लैणगे ते नाल ही उन्होंने कहा है कि उन्होंने पार्टी का कोई भी आगू किसानों की स्टेज की वरतों ਉਹ क्रांति, ਉਹ निडरता ਤੇ ਉਹ देश भगती मैं अखी देख के आया जिहदा मेरा ख्याल है कि वर्णन करना भी औखा। इन्ना वड्डा डिसिपलिन दे विच ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਲੋਕ ਆਪਣੇ ਆਪ ਬਿਨਾ शासन बिना प्रशासन बिना ट्रैफिक ਤੇ ਬਿਨਾ ਦੂਜੀ ਤੀਜੀ ਪੁਲਿਸ ਤੋਂ ਇਸ ਤਰੀਕੇ ਦੇ ਨਾਲ ਗੁਰੂ ਦਾ ਵਰਤਾਰਾ ਕੁਦਰਤ ਦਾ ਵਰਤਾਰਾ ਵਰਤ ਰਿਹਾ। ਇਸ ਤਰੀਕੇ ਦੇ ਨਾਲ ਡਿਸਪਲਿਨ ਅਨੁਸ਼ਾਸਨ ਦੇ ਵਿੱਚ ਰਹਿ ਕੇ ਅੰਦੋਲਨ ਚੱਲ ਰਿਹਾ। ਗੁਰੂ ਕਿਰਪਾ ਕਰੇ ਅੰਦੋਲਨ ਆਪਣੀ ਮਿਥੀ ਹੋਈ ਜਿਹੜੀ ਹੱਦ ਹੈਗੀ ਹੈ, ਮਿਥਿਆ ਹੋਇਆ ਟੀਚਾ ਹੈਗਾ, ਉਸ ਟੀਚੇ ਦੀ ਪ੍ਰਾਪਤੀ ਕਰਕੇ ਦੇਸ਼ ਦੇ ਅੰਨਦਾਤੇ ਦੇ ਹੱਕਾਂ ਤੇ ਹਿੱਤਾਂ ਵਾਸਤੇ ਅੰਦੋਲਨ ਜਿਹੜਾ ਪ੍ਰਾਪਤੀ ਕਰਕੇ ਆਏਗਾ। ਇਹ ਮੇਰੀ ਗਟ ਫੀਲਿੰਗ ਹੈਗੀ, ਮੇਰਾ ਪੂਰਨ ਵਿਸ਼ਵਾਸ ਹੈਗਾ। ਸੋ ਦੋਸਤੋ, ਸਭ ਤੋਂ ਪਹਿਲਾਂ ਅੱਜ ਉਸ ਅੰਦੋਲਨ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦਾ ਕਿਸਾਨ ਮਾਨ ਸਿੰਘ ਉਮਰ 76 ਸਾਲ ਉਹ ਗੁਰੂ ਨੂੰ ਪਿਆਰੇ ਹੋ ਗਏ। ਇਸ ਅੰਦੋਲਨ ਦੇ ਵਿੱਚ ਮੈਂ ਕਹੂੰਗਾ ਸ਼ਹੀਦੀ ਪ੍ਰਾਪਤ ਸਮਾਨ ਹੈਗਾ ਕੰਮ, ਕਿਉਂਕਿ ਨਵੰਬਰ, ਦਸੰਬਰ ਤੇ ਜਨਵਰੀ ਇਹ 3 ਮਹੀਨੇ ਸਾਡੇ ਰਿਦਮ ਦੇ ਵਿੱਚ ਸਾਡੇ ਦੇਸ਼ ਦੇ ਅੰਦਰ ਪੂਰੀ ਠੋਠਰ ਕਰਦੀ ਠੰਡ ਦੇ ਹੁੰਦੇ ਆ। ਔਰ ਇਸ ਕੜਕ ਦੀ ਠੰਡ ਦੇ ਵਿੱਚ ਅਸਮਾਨ ਥੱਲੇ ਰਾਤਾਂ ਕੱਟਣੀਆਂ, 76 ਸਾਲ ਦੀ ਉਮਰ ਤੇ ਉਹ ਰੱਬ ਨੂੰ ਪਿਆਰੇ ਹੋ ਗਏ। ਸੋ ਮੈਂ ਦੋਨੋਂ ਹੱਥ ਜੋੜ ਕੇ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਕਰਦਾ, ਗੁਰੂ ਸਾਹਿਬ ਵਿਛੜੀ ਹੋਈ ਆਤਮਾ ਨੂੰ ਸਦੀਵ ਕਾਲ ਲਈ ਆਪਣੇ ਚਰਨਾਂ 'ਚ ਨਿਵਾਸ ਬਖਸ਼ਦੇ ਹੋਏ ਸਾਨੂੰ ਸਾਰਿਆਂ ਨੂੰ ਇਹ ਭਾਣਾ ਸਹਿਣ ਕਰਨ ਦੀ ਸ਼ਕਤੀ ਬਖਸ਼ਿਸ਼ ਕਰਨ। ਤੇ ਦੋਸਤੋ, 12 ਤਰੀਕ ਨੂੰ ਮੈਂ ਪਹਿਲਾਂ ਦੱਸ ਦਿਆਂ ਕਿ ਲੋਕ ਇਨਸਾਫ ਪਾਰਟੀ ਦਾ ਆਪਣਾ ਕੋਈ ਪ੍ਰੋਗਰਾਮ ਨਹੀਂ। ਜੋ ਕਿਸਾਨ ਸੰਘਰਸ਼ ਕਮੇਟੀ ਜਿਹੜੀ ਸੂਝਵਾਨਤਾ ਤੇ ਬੁੱਧੀਮਾਨਤਾ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਇਸ ਅੰਦੋਲਨ ਨੂੰ ਚਲਾ ਰਹੀ ਹੈ, ਲੋਕ ਇਨਸਾਫ ਪਾਰਟੀ ਸੰਘਰਸ਼ ਕਮੇਟੀ ਦੇ ਦਿੱਤੇ ਹੋਏ ਹਰ ਫੈਸਲੇ ਦੇ ਉੱਤੇ ਹਮੇਸ਼ਾ ਫੁੱਲ ਚੜਾਉਂਦੇ ਹੋਏ ਪੂਰੀ ਤਾਕਤ ਦੇ ਨਾਲ, ਪੂਰੇ ਜ਼ੋਰ ਦੇ ਨਾਲ ਜਿਹੜਾ ਵੀ ਕੋਈ ਉਹਨਾਂ ਦਾ ਪ੍ਰੋਗਰਾਮ ਆਏਗਾ ਉਸ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰੇਗੀ। ਸੋ ਪਹਿਲਾ ਪ੍ਰੋਗਰਾਮ ਜਿਹੜਾ ਹੁਣ ਡੈਡਲੌਕ ਆ ਗਿਆ, ਕਿਉਂਕਿ ਉਹ ਸਰਕਾਰ ਜਿਹੜੀ ਕਿਸੇ ਵਕਤ ਅੰਨਦਾਤੇ ਦਾ ਨਰਾਦਰ ਕਰਦੀ ਸੀ ਪਹਿਲੀ ਮੀਟਿੰਗ ਦੇ ਵਿੱਚ ਸਕੱਤਰ ਭੇਜ ਕੇ, ਉਸ ਤੋਂ ਬਾਅਦ ਦੇ ਵਿੱਚ ਥੱਲੇ ਦਰਜੇ ਦੇ ਮੰਤਰੀ ਤੇ ਉਸ ਤੋਂ ਬਾਅਦ ਦੇ ਵਿੱਚ ਸੈਕੰਡ ਟੂ ਪ੍ਰਧਾਨ ਮੰਤਰੀ ਅਮਿਤ ਸ਼ਾਹ ਜੀ ਮੀਟਿੰਗ ਦੇ ਵਿੱਚ ਆਏ ਤੇ ਕਹਿੰਦੇ ਸੀ ਕਿ ਅਸੀਂ ਇੱਕ ਵੀ ਲਫ਼ਜ਼ ਸੋਧ ਨਹੀਂ ਕਰਾਂਗੇ ਖੇਤੀ ਕਾਨੂੰਨ ਦੇ ਵਿੱਚ। ਤੇ ਅੱਜ ਅੰਨਦਾਤੇ ਦੇ ਸੰਘਰਸ਼ ਦੀ ਬਦੌਲਤ, ਅੱਜ ਅੰਨਦਾਤੇ ਦੀ ਸਪੋਰਟ ਦੇ ਉੱਤੇ ਆਏ ਹੋਏ ਦੇਸ਼ ਵਾਸੀਆਂ ਦੇ ਅੰਦੋਲਨਕਾਰੀ ਰੁਖ ਦੀ ਬਦੌਲਤ ਅੱਜ ਦੇਸ਼ ਦੀ ਹੰਕਾਰੀ ਹੋਈ ਸਰਕਾਰ ਗਰਦਨ ਦੇ ਵਿੱਚ ਜਿਹੜਾ ਹੰਕਾਰ ਦਾ ਕਿੱਲਾ ਸੀ ਉਹ ਤੋਂ ਪਿੱਛੇ ਹਟੀ ਹੈ। ਜਿਹੜੇ ਕਹਿੰਦੇ ਸੀ ਕਿ ਅਸੀਂ ਇੱਕ ਵੀ ਸ਼ਬਦ ਅਮੈਂਡਮੈਂਟ ਦਾ ਨਹੀਂ ਲੈ ਕੇ ਆਵਾਂਗੇ, ਸੋਧ ਦਾ ਨਹੀਂ ਲੈ ਕੇ ਆਵਾਂਗੇ, ਅੱਜ ਇਸ ਗੱਲ ਤੇ ਆ ਗਏ ਕਿ ਤੁਸੀਂ ਇਸ ਕਾਨੂੰਨ ਦਾ ਟਾਈਟਲ ਸਰਲੇਖ, ਟਾਈਟਲ ਰਹਿਣ ਦਿਓ, ਸਰਲੇਖ ਰਹਿਣ ਦਿਓ, ਉਹਦੇ ਵਿੱਚ ਜੋ ਮਰਜ਼ੀ ਤਬਦੀਲੀਆਂ ਕਰ ਲਓ ਤੁਸੀਂ। ਪਰ ਇਹ ਅੰਨਦਾਤਾ ਜਿਹੜਾ ਅੰਦੋਲਨ ਦੇ ਉੱਤੇ ਬੈਠਾ ਤੇ ਇਸ ਅੰਦੋਲਨ ਨੂੰ ਸਮੁੱਚੀ ਦੁਨੀਆ ਦਾ ਸਮਰਥਨ ਪ੍ਰਾਪਤ ਹੋ ਰਿਹਾ। ਅੱਜ ਆਪਣੀ ਮੰਗ ਦੇ ਉੱਤੇ ਕਿ ਇਹ ਕਾਲਾ ਕਾਨੂੰਨ ਰੱਦ ਕੀਤੇ ਬਿਨਾਂ ਅਸੀਂ ਅੰਦੋਲਨ ਸਮਾਪਤ ਨਹੀਂ ਕਰਨਾ, ਤਾਂ ਜੋ ਭਵਿੱਖ ਦੇ ਵਿੱਚ ਦੇਸ਼ ਦੀ ਜਾਂ ਕਿਸੇ ਸੂਬੇ ਦੀ ਸਰਕਾਰ ਦੀ ਜ਼ਰੂਰਤ ਨਾ ਪਵੇ ਕਿ ਉਹ ਐਸਾ ਕਾਲਾ ਕਾਨੂੰਨ ਹੋਂਦ ਦੇ ਵਿੱਚ ਲੈ ਕੇ ਆਵੇ। ਸੋ ਮੈਂ ਦੇਖ ਕੇ ਆਇਆ ਉਸ ਅੰਦੋਲਨ ਦਾ ਅੱਖੀਂ ਡਿਠਾ ਨਜ਼ਾਰਾ ਇਉਂ ਪ੍ਰਤੀਤ ਹੁੰਦਾ ਹੈ। ਲੁਧਿਆਣਾ ਸ਼ਹਿਰ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਨਅਤਕਾਰ, ਵਪਾਰੀ ਵੀਰ, ਪ੍ਰੋਫੈਸ਼ਨਲ, ਮੁਲਾਜ਼ਮ ਸਾਥੀ, ਅਫੀਸਰ ਜਿਨ੍ਹਾਂ ਦਾ ਕਿਸਾਨੀ ਤੇ ਖੇਤੀ ਦੇ ਨਾਲ ਦੂਰ ਦਾ ਵੀ ਕੋਈ ਵਾਹ ਵਾਸਤਾ ਨਹੀਂ, ਕਿਸੇ ਮਜਬੂਰੀ ਕਾਰਨ ਅੰਦੋਲਨ ਦੇ ਵਿੱਚ ਨਹੀਂ ਜਾ ਸਕੇ ਜਿਸਮਾਨੀ ਤੌਰ ਤੇ,
ਅੱਜ ਉਹ ਆਤਮਿਕ ਤੌਰ ਤੇ ਉਸ ਅੰਦੋਲਨ ਦਾ ਹਿੱਸਾ ਬਣੇ ਹੋਏ ਆ। ਕੱਲਾ ਪੰਜਾਬ ਜਾਂ ਦੇਸ਼ ਦੇ ਅੰਦਰ ਨਹੀਂ, ਅੱਜ ਪੂਰੀ ਦੁਨੀਆ ਜਿਹੜੀ ਹੈ ਉਹ ਆਤਮਿਕ ਤੌਰ ਦੇ ਉੱਤੇ ਜੇ ਫਿਜ਼ੀਕਲੀ ਨਹੀਂ ਪਾਰਟਿਸਿਪੇਟ ਕੀਤਾ ਤੇ ਉਹ ਆਤਮਿਕ ਤੇ ਮਾਨਸਿਕ ਤੌਰ ਦੇ ਉੱਤੇ ਇਸ ਅੰਦੋਲਨ ਦੇ ਨਾਲ ਜੁੜੀ ਹੋਈ ਹੈ। ਤਾਂ ਦੋਸਤੋ, ਇਹ ਅੰਦੋਲਨ ਕੋਈ ਅੰਦੋਲਨ ਆਮ ਨਹੀਂ, ਇਹ ਅੰਦੋਲਨ ਇੱਕ ਯਾਤਰਾ ਧਾਰਮਿਕ, ਇਹ ਅੰਦੋਲਨ ਇੱਕ ਯੱਗ ਦੇ ਸਮਾਨ ਹੈ, ਇਹ ਅੰਦੋਲਨ ਇੱਕ ਤੀਰਥ ਯਾਤਰਾ ਦੇ ਸਮਾਨ ਹੋ ਗਿਆ। ਹਰ ਬੰਦਾ ਸੋਚਦਾ ਜਿਹੜਾ ਖੇਤੀਬਾੜੀ ਤੇ ਕਿਸਾਨੀ ਦੇ ਨਾਲ ਸੰਬੰਧਿਤ ਵੀ ਨਹੀਂ, ਉਹ ਵੀ ਕਹਿੰਦਾ ਕਿ ਮੈਂ ਇੱਕ ਜਾਂ ਦੋ ਦਿਨ ਜ਼ਰੂਰ ਉਸ ਅੰਦੋਲਨ ਦਾ ਹਿੱਸਾ ਬਣ ਕੇ ਆਵਾਂ, ਮੈਂ ਉੱਥੇ ਕੋਈ ਰਾਤ ਦੋ ਰਾਤਾਂ ਗੁਜ਼ਾਰ ਕੇ ਆਵਾਂ। ਕਿਉਂਕਿ ਅੱਜ ਲੋਕਾਂ ਨੂੰ ਗਿਆਨ ਹੋ ਗਿਆ ਕਿ ਜੇ ਕਿਸਾਨ ਹੈ ਤਾਂ ਜਹਾਨ ਹੈ, ਜੇ ਕਿਸਾਨ ਨਹੀਂ ਤਾਂ ਫੂਡ ਨਹੀਂ, ਜੇ ਭੋਜਨ ਨਹੀਂ ਤੇ ਇਨਸਾਨੀਅਤ ਨਹੀਂ, ਕਾਇਨਾਤ ਨਹੀਂ। ਸੋ ਅੱਜ ਕੁਦਰਤ ਦੀ ਪੂਜਾ ਕਰਨ ਵਾਲਾ ਪੁਜਾਰੀ ਕਿਸਾਨ, ਕਿਸੇ ਨੇ ਦੇਵੀ ਦੇਵਤਾ ਨਹੀਂ ਦੇਖਿਆ, ਕਿਸੇ ਨੇ ਰੱਬ ਨਹੀਂ ਦੇਖਿਆ, ਬਲਿਹਾਰੀ ਕੁਦਰਤ ਵਸਿਆ। ਕੁਦਰਤ ਜਿਹੜੀ ਆ ਉਹ ਪੌਦਿਆਂ ਦੇ ਵਿੱਚ ਆ, ਉਹ ਬਨਸਪਤੀ ਦੇ ਵਿੱਚ ਆ, ਕੁਦਰਤ ਪ੍ਰਕਿਰਤੀ ਦੇ ਵਿੱਚ ਆ। ਸੋ ਅੱਜ ਪ੍ਰਕਿਰਤੀ ਦਾ ਪੁਜਾਰੀ ਜਿਹੜਾ ਕਿਸਾਨ ਆ, ਤੁਸੀਂ ਉੱਥੇ ਜਾ ਕੇ ਦੇਖੋ ਕੈਸੀਆਂ ਰੰਗ ਰੌਣਕਾਂ ਲੱਗੀਆਂ ਨੇ, ਕੈਸੀ ਕੁਦਰਤ ਮਿਹਰਬਾਨ ਹੋ ਰਹੀ ਹੈ। ਸੋ ਮੇਰੀ ਅਪੀਲ ਹੈਗੀ ਆ ਕਿ ਜਿਹੜਾ 12 ਤਰੀਕ ਨੂੰ ਦੇਸ਼ ਦੇ ਸਾਰੇ ਟੋਲ ਪਲਾਜ਼ੇ ਬੰਦ, ਅਸੀਂ ਵੱਧ ਚੜ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਲਵਾਂਗੇ। ਫਿਰ 12 ਤਰੀਕ ਨੂੰ ਜੈਪੁਰ ਹਾਈਵੇ ਜਿਹੜਾ ਕਲੋਜ਼ ਕਰਨਾ, ਉਹਦੇ ਵਿੱਚ ਸਾਡੀ ਪਾਰਟੀ ਸ਼ਮੂਲੀਅਤ ਵੀ ਕਰੂਗੀ, ਸਾਡੀ ਪਾਰਟੀ ਦੇ ਵਰਕਰ ਸ਼ਮੂਲੀਅਤ ਵੀ ਕਰਨਗੇ। ਮੇਰੀ ਸਾਰੇ ਦੇਸ਼ ਦੇ ਤੇ ਖਾਸ ਕਰਕੇ ਹਰਿਆਣਾ ਤੇ ਪੰਜਾਬ ਦੇ ਯੂਥ ਨੂੰ ਅਪੀਲ ਹੈਗੀ, ਨੌਜਵਾਨਾਂ ਨੂੰ ਅਪੀਲ ਹੈ ਕਿ ਹੁਣ ਜੋਸ਼ ਤੇ ਹੋਸ਼, ਜਿਹੜਾ ਹੋਸ਼ ਆ ਜਦੋਂ ਮੀਟਿੰਗਾਂ ਦੇ ਵਿੱਚ ਸਤਿਕਾਰਯੋਗ ਲੀਡਰ ਸਾਹਿਬਾਨ ਜਾਂਦੇ ਆ, ਉਹ ਆਪਣੀ ਬੁੱਧੀਮਾਨਤਾ ਦਾ ਪ੍ਰਗਟਾਵਾ ਕਰਕੇ ਆਉਂਦੇ। ਜਿੱਥੇ ਯੈਸ ਤੇ ਨੋ, ਜਿਵੇਂ ਧੱਕੇ ਦੇ ਨਾਲ ਪਾਸ ਹੈ ਕਹਿ ਕੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚੋਂ ਇੱਕ ਕਾਲਾ ਕਾਨੂੰਨ ਜਿਹੜਾ ਰਾਜ ਅਧਿਕਾਰਾਂ ਦਾ ਵਿਸ਼ਾ ਸੀਗਾ, ਉਹ ਕੇਂਦਰ ਨੇ ਵਰਤ ਲਿਆ। ਉਸੇ ਤਰੀਕੇ ਦੇ ਨਾਲ ਅੱਜ ਸਾਡਾ ਬੁੱਧੀਮਾਨ ਕਿਸਾਨ ਜਿਹੜਾ ਹੋਸ਼ ਦੇ ਵਿੱਚ ਸਾਡੇ ਸੀਨੀਅਰ ਹੈ, ਤੇ ਅੱਜ ਨੌਜਵਾਨਾਂ ਨੂੰ ਮੋਰਚੇ ਸਾਂਭਣ ਦੀ ਜ਼ਰੂਰਤ ਹੈ। ਸੋ ਮੇਰੀ ਅਪੀਲ ਹੈ ਕਿ ਕੱਲਾ ਜਿਹੜਾ ਜੈਪੁਰ ਹਾਈਵੇ ਉਹ ਬੰਦ ਕੀਤਿਆਂ ਵੀ ਗੱਡੀ ਨਹੀਂ ਚੱਲਣੀ। ਜਿੱਥੇ ਕਿਸਾਨ ਸੰਘਰਸ਼ ਕਮੇਟੀ ਦਾ ਸੱਦਾ ਆ ਜਾਵੇ ਨਾ ਦੋਸਤੋ, ਉੱਥੇ ਸਾਰੇ ਕੰਮ ਛੱਡ ਦਿਓ। ਹਰ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਲਾਜ਼ਮੀ ਇਸ ਧਾਰਮਿਕ ਯਾਤਰਾ ਹੈਗੀ ਆ ਦੋਸਤੋ, ਇਹ ਤੀਰਥ ਯਾਤਰਾ ਹੈਗੀ ਆ, ਇੱਕ ਅੰਨਦਾਤੇ ਦਾ ਅੰਦੋਲਨ ਆ। ਹਰ ਪਰਿਵਾਰ ਦੇ ਵਿੱਚੋਂ ਪੰਜਾਬ ਦੇ ਵਾਸੀਆਂ ਨੂੰ ਅਪੀਲ ਆ ਕਿ ਇੱਕ ਬੰਦਾ ਲਾਜ਼ਮੀ ਉਸ ਅੰਦੋਲਨ ਦਾ ਹਿੱਸਾ ਬਣੇ। ਮੈਂ 2 ਦਿਨ ਲਾਇਆ, ਮੇਰੇ ਤੋਂ ਬਾਅਦ ਮੇਰੇ ਪਰਿਵਾਰ ਦੇ ਵਿੱਚੋਂ ਦੂਸਰੇ ਮੈਂਬਰ ਜਾਣ, 2-2 ਦਿਨ, ਇੱਕ ਦਿਨ ਆਪਣੀ ਸਮਰੱਥਾ ਅਨੁਸਾਰ ਜ਼ਰੂਰ ਲਾ ਕੇ ਆਉਣ। ਫਿਰ ਗੱਲ ਆਉਂਦੀ ਆ 14 ਤਰੀਕ ਦੀ। 14 ਤਰੀਕ ਨੂੰ ਡਿਸਟ੍ਰਿਕਟ ਹੈੱਡਕੁਆਟਰ ਦੇ ਉੱਤੇ ਕਿਸਾਨ ਸੰਘਰਸ਼ ਕਮੇਟੀ ਨੇ ਫੈਸਲਾ ਲਿਆ ਕਿ ਪੂਰੇ ਪੰਜਾਬ ਦੇ ਅੰਦਰ ਡਿਸਟ੍ਰਿਕਟ ਹੈੱਡਕੁਆਟਰਾਂ ਦੇ ਉੱਤੇ ਧਰਨੇ ਦਿੱਤੇ ਜਾਣੇ ਆ। ਸੋ ਲੋਕ ਇਨਸਾਫ ਪਾਰਟੀ ਜਿੱਥੇ ਖੁਦ ਇਹਨਾਂ ਧਰਨਿਆਂ ਦੇ ਵਿੱਚ ਸ਼ਮੂਲੀਅਤ ਕਰੇਗੀ ਸਾਰੇ ਜ਼ਿਲ੍ਹਿਆਂ ਦੇ ਅੰਦਰ, ਤੇ ਉੱਥੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਤੇ ਬੇਨਤੀ ਹੈ ਕਿ ਜਿਹੜਾ ਡਿਸਟ੍ਰਿਕਟ ਹੈੱਡਕੁਆਟਰਾਂ ਦੇ ਉੱਤੇ ਕਿਸਾਨ ਸੰਘਰਸ਼ ਕਮੇਟੀ ਨੇ ਫੈਸਲਾ ਦਿੱਤਾ ਧਰਨੇ ਦੇਣ ਦਾ, ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਮੈਂ ਸਿੰਘੂ ਬਾਰਡਰ ਜਾਣ ਵਾਲੇ ਸੰਗਤ ਦੇ ਵਿੱਚ, ਕਿਸਾਨਾਂ ਦੇ ਵੱਡੇ ਇਕੱਠ ਦੇ ਵਿੱਚ, ਜਕਾਰਿਆਂ ਦੀ ਗੂੰਜ ਦੇ ਵਿੱਚ ਸਿੰਘੂ ਦਾ ਨਾਮ ਬਦਲ ਕੇ ਮੈਂ ਉੱਥੇ ਬੇਨਤੀ ਕਰਕੇ ਆਇਆ, ਸਿੰਘ ਬਾਰਡਰ ਰੱਖਿਆ, ਜਿੱਥੇ ਅਣਗਿਣਤ ਪੰਜਾਬ ਤੋਂ ਗਏ ਹੋਏ, ਹਰਿਆਣਾ ਤੋਂ ਗਏ ਹੋਏ ਸੂਰਵੀਰ ਯੋਧੇ ਬੈਠੇ ਆ। ਮੇਰੀ ਅਪੀਲ ਬੇਨਤੀ ਹੈ ਕਿ ਕੱਲਾ ਦੋਸਤੋ ਸਿੰਘ ਬਾਰਡਰ ਨਹੀਂ, ਜਿਹੜਾ ਪਹਿਲਾ ਨਾਮ ਸਿੰਘੂ ਸੀ, ਕੱਲਾ ਇਹ ਬਾਰਡਰ ਨਹੀਂ, ਬਾਕੀ ਬਾਰਡਰਾਂ ਦੇ ਉੱਤੇ ਵੀ ਆਪਾਂ ਨੂੰ ਜਮਾਵੜਾ ਬਣਾਉਣ ਦੀ ਜ਼ਰੂਰਤ ਆ। ਅੱਜ ਸਰਕਾਰ ਡਰ ਚੁੱਕੀ ਹੈ, ਅੱਜ ਸਰਕਾਰ ਦੇ ਪੈਰਾਂ ਥੱਲੇੋਂ ਮਿੱਟੀ ਖਿਸਕ ਚੁੱਕੀ ਹੈ। ਤੁਸੀਂ ਮੈਦਾਨ ਜਿੱਤਣ ਦੇ ਬਿਲਕੁਲ ਨੇੜੇ ਜਾ ਚੁੱਕੇ ਹੋ। ਦੇਸ਼ ਦੀ ਸਰਕਾਰ ਨੂੰ ਇਹ ਕਾਲਾ ਕਾਨੂੰਨ ਹੋਰ 2, 4, 5 ਦਿਨਾਂ ਦੇ ਵਿੱਚ ਰੱਦ ਕਰਨਾ ਹੀ ਪੈਣਾ। ਅੱਜ ਜ਼ਰੂਰਤ ਹੈ ਕਿ ਕੱਲਾ ਸਿੰਘ ਬਾਰਡਰ ਉਹਦੇ ਨਾਲ ਗੱਡੀ ਨਹੀਂ, ਵੀ ਆਪਾਂ ਉੱਥੇ ਵੱਡੀ ਗਿਣਤੀ 'ਚ, ਲੱਖਾਂ ਦੀ ਗਿਣਤੀ 'ਚ ਇਕੱਠੇ ਹੋ ਜਾਈਏ। ਬਾਕੀ ਬਾਰਡਰਾਂ ਨੂੰ ਵੀ ਸਾਂਭਣ ਦੀ ਜ਼ਰੂਰਤ ਆ। ਜੋ ਕਿਸਾਨ ਸੰਘਰਸ਼ ਕਮੇਟੀ ਵੱਖ-ਵੱਖ ਸਮੇਂ ਦੇ ਉੱਤੇ ਫੈਸਲੇ ਲੈ ਕੇ ਤੁਹਾਨੂੰ ਮੀਡੀਆ ਦੇ ਜ਼ਰੀਏ ਅਗਰਾਹ ਕਰਦੀ ਹੈ, ਅੱਜ ਸਾਨੂੰ ਸਾਰਿਆਂ ਨੂੰ ਉਹਨਾਂ ਲਏ ਫੈਸਲਿਆਂ ਦੇ ਮਗਰ ਆਪਣੀ ਰਾਜਨੀਤੀ ਨਹੀਂ, ਮੇਰੀ ਫੇਰ ਅਪੀਲ ਹੈਗੀ ਹੈ, ਆਪਣੀ ਮਨਮਰਜ਼ੀ ਨਹੀਂ,
ਮੇਰੀ ਅਪੀਲ ਹੈ ਕਿ ਜੋ ਕਿਸਾਨ ਸੰਘਰਸ਼ ਕਮੇਟੀ ਸਾਨੂੰ ਹੁਕਮ ਕਰ ਦੇਵੇ, ਉਸ ਹੁਕਮ ਦੇ ਤਾਬੇਦਾਰ ਬਣ ਕੇ ਦੋਸਤੋ ਇਸ ਅੰਦੋਲਨ ਨੂੰ ਅੰਜਾਮ ਤੱਕ, ਜਿੱਤ ਤੱਕ ਲੈ ਕੇ ਜਾਣਾ। ਔਰ ਮੇਰੀ ਅਪੀਲ ਹੈ ਕਿ ਉੱਥੇ ਕਣਕ ਤੇ ਕਾਂਗਿਆਰੀ ਸਰਕਾਰ ਦੀਆਂ ਏਜੰਸੀਆਂ ਤੇ ਸਰਕਾਰੀ ਹੱਥ ਚੁੱਕ ਕੇ ਬਣੇ ਹੋਏ ਲੋਕ ਜਿਹੜੇ ਜਾ ਕੇ ਖਲਲ ਪਾਉਣ ਦਾ ਯਤਨ ਕਰਦੇ ਆ, ਜਿਹੜੇ ਜਾ ਕੇ ਕੋਈ ਵੱਖ-ਵੱਖ ਤਰ੍ਹਾਂ ਦੀਆਂ ਸੁਰਾਂ ਲਾਪਦੇ ਆ, ਅੱਜ ਉਹਨਾਂ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਆ। ਜਿੰਨੇ ਤੁਸੀਂ ਅੰਦੋਲਨ ਦੇ ਵਿੱਚ ਹਿੱਸਾ ਲੈਣ ਜਾਣਾ, ਜਿਹੜਾ ਕੋਈ ਦੇਸ਼ ਵਿਰੋਧੀ ਗੱਲ ਕਰੇ, ਉੱਥੇ ਮੇਰਾ ਭਾਰਤ ਮਹਾਨ ਸੰਘੀ ਢਾਂਚਾ ਜਿਹੜਾ ਇਹਨੂੰ ਤੋੜਨ ਦੀ ਗੱਲ ਕਰੇ, ਇਸ ਮਹਾਨਤਾ ਦੇ ਉੱਤੇ ਕੋਈ ਪ੍ਰਸ਼ਨ ਕਰਨ ਦੀ ਜੁਰਤ ਕਰੇ, ਸੋ ਉਹਨੂੰ ਆਪਣੀ ਚੰਗੀ ਹਲੀਮੀ ਦੇ ਨਾਲ ਉਹਨੂੰ ਸਮਝਾਉਣਾ ਵੀ ਆ, ਜੇ ਉਹ ਸਰਕਾਰੀ ਏਜੰਸੀਆਂ ਦਾ ਪਾਲਿਆ ਹੋਇਆ ਕੋਈ ਇਨਸਾਨ ਬੰਦਾ ਨਹੀਂ ਹਟਦਾ ਤੇ ਫਿਰ ਉਹਨੂੰ ਸਤਿਕਾਰ ਦੇ ਨਾਲ ਅੰਦੋਲਨ ਤੋਂ ਬਾਹਰ ਵੀ ਕਰ ਦੇਣਾ, ਤਾਂ ਜੋ ਸਰਕਾਰ ਆਪਣੇ ਕਿਸੇ ਮਾੜੇ ਮਨਸੂਬੇ ਦੇ ਵਿੱਚ ਸਫਲ ਨਾ ਹੋ ਸਕੇ। ਸੋ ਮੈਂ ਫਿਰ ਕਹੂੰਗਾ ਕਿ ਅੱਜ ਜੋਸ਼ ਤੇ ਹੋਸ਼ ਦਾ ਸੁਮੇਲ ਤੇ ਮੇਰੀ ਸਤਿਕਾਰਯੋਗ ਉਸ ਵੱਡੇ ਮੀਡੀਆ ਵਰਗ ਨੂੰ ਵੀ ਬੇਨਤੀ ਹੈ ਜਿਹੜਾ ਸਚਾਈ ਤੋਂ ਹਟ ਕੇ ਕੇਂਦਰ ਸਰਕਾਰ ਦਾ ਹੱਥ ਠੋਕਾ ਬਣਿਆ ਹੋਇਆ। ਦੋਸਤੋ, ਡੈਮੋਕ੍ਰੇਸੀ ਦਾ ਮਜ਼ਬੂਤ ਥੰਮ, ਚੌਥਾ ਥੰਮ ਪ੍ਰੈਸ ਤੇ ਮੀਡੀਆ ਹੈ, ਜਿਹਨੇ ਸਚਾਈ ਲੋਕਾਂ ਦੇ ਸਾਹਮਣੇ ਰੱਖਣੀ ਹੈ। ਸੋ ਅੱਜ ਉਹ ਮੀਡੀਆ ਜਿਹੜਾ ਕਿਸਾਨ ਅੰਦੋਲਨ ਨੂੰ ਗਲਤ ਤਰੀਕੇ ਦੇ ਨਾਲ ਆਪੋ ਆਪਣੇ ਪ੍ਰੋਗਰਾਮਾਂ ਦੇ ਵਿੱਚ ਪੇਸ਼ ਕਰਦਾ, ਉਹਨਾਂ ਨੂੰ ਵੀ ਅਪੀਲ ਹੈ ਕਿ ਕਿਰਪਾ ਕਰਕੇ ਆਪਣੀ ਲੋਕਤੰਤਰ ਪ੍ਰਕਿਰਿਆ ਦੇ ਵਿੱਚ ਬਣਦੀ ਜ਼ਿੰਮੇਵਾਰੀ ਜਿਹੜੀ ਹੈ, ਉਸ ਜ਼ਿੰਮੇਵਾਰੀ ਨੂੰ ਆਜ਼ਾਦਾਨਾ ਢੰਗ ਦੇ ਨਾਲ ਨਿਭਾਉਂਦੇ ਹੋਏ ਸਚਾਈ ਲੋਕਾਂ ਤੱਕ ਲੈ ਕੇ ਜਾਓ। ਮੈਂ ਫਿਰ ਕਹੂੰਗਾ ਕਿ ਇਹ ਅੰਦੋਲਨ ਕਿਸਾਨ ਜਥੇਬੰਦੀਆਂ, ਕਿਸਾਨ ਸੰਘਰਸ਼ ਕਮੇਟੀ ਦੀ ਬਦੌਲਤ ਅੱਜ ਜਿੱਤ ਦੀਆਂ ਬਰੂਹਾਂ ਤੇ ਖੜਾ ਤੇ ਵੱਡੇ ਵੱਡੇ ਕੀਰਤੀਮਾਨ ਸਥਾਪਿਤ ਹੋਣੇ ਆ। ਇਸ ਅੰਦੋਲਨ ਦੀ ਜਿੱਤ ਦੇ ਵਿੱਚੋਂ ਬੜਾ ਕੁਝ ਨਿਕਲਣਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡੇ ਵੱਡੇ ਉਲਟ ਫੇਰ ਹੋਣੇ ਆ। ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਸਾਨ ਜਿਹੜਾ ਡੋਮੀਨੇਟਿੰਗ ਫਾਰਮਰ ਸਟੇਟ ਹੈਗੀ ਆ, ਜਿੱਥੇ ਮੈਜੋਰਿਟੀ ਦੇ ਵਿੱਚ 80% ਤੋਂ ਵੱਧ ਲੋਕ ਸਿੱਧੇ ਜਾਂ ਸਿੱਧੇ ਢੰਗ ਨਾਲ ਖੇਤੀ ਨਾਲ ਜੁੜੇ ਹੋਏ, ਕਿਸਾਨੀ ਨਾਲ ਜੁੜੇ ਹੋਏ ਲੋਕ ਹੈ, ਉਹ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਕਿਸਾਨ ਪੱਖੀ ਸਰਕਾਰ, ਉਹ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਕਰਪਸ਼ਨ ਤੇ ਮਾਫੀਏ ਦਾ ਖਾਤਮਾ ਹੋ ਜਾਵੇ। ਸੋ ਨਵੇਂ ਦਿਸਹੱਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਅੰਦੋਲਨ ਦੇ ਵਿੱਚੋਂ ਪ੍ਰਾਪਤ ਹੋਣਗੇ ਨਵੇਂ ਕੀਰਤੀਮਾਨ, ਸਾਨੂੰ ਜਿਹੜੇ ਆ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਮਿਲਣਗੇ। ਰਵਨੀਤ ਬਿੱਟੂ ਉੱਥੇ ਗਏ ਹੋਏ ਨੇ, ਉਹਨਾਂ ਦਾ ਕੱਲ ਇੱਕ ਬਿਆਨ ਜਾਰੀ ਹੋਇਆ ਹੈ, ਉਹ ਕਿਉਂ ਬਾਰ-ਬਾਰ ਸੈਂਟਰ ਨਾਲ ਮੀਟਿੰਗ ਕਰ ਰਹੇ ਨੇ? ਕੀ ਕੋਈ ਉਹ ਸੈਟਿੰਗ ਕਰਨਾ ਚਾਹੁੰਦੇ ਨੇ? ਸਿੱਧਾ ਕਿਹਾ ਦੇਖੋ, ਇਹਦੇ ਵਿੱਚ ਦੋ ਪੱਖ ਹੈਗੇ ਆ। ਪਹਿਲਾ ਪੱਖ ਤਾਂ ਇਹ ਆ ਕਿ ਸਤਿਕਾਰਯੋਗ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਕਿਸਾਨ ਲੀਡਰਾਂ ਦੇ ਬਾਰੇ ਇੱਕ ਵੀ ਸ਼ਬਦ ਬੋਲਣ ਤੋਂ ਪਹਿਲਾਂ 100 ਵਾਰੀ ਤੋਲਣਾ ਚਾਹੀਦਾ। ਉਹ ਕਿਸਾਨ ਲੀਡਰ ਜਿਹੜੇ ਆਪਣੀ ਸੂਝਵਾਨਤਾ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਅੰਦੋਲਨਕਾਰੀਆਂ ਨੂੰ ਮੇਨਟੇਨ ਕਰਦੇ ਹੋਏ, ਅਨੁਸ਼ਾਸਨ ਦੇ ਵਿੱਚ ਰੱਖਦੇ ਹੋਏ ਵੱਡਾ ਅੰਦੋਲਨ ਚਲਾ ਕੇ ਦੇਸ਼ ਦੀ ਸਰਕਾਰ ਨੂੰ ਅੱਜ ਮਜਬੂਰ ਕਰ ਰਹੇ ਆ। ਪਹਿਲਾ ਤਾਂ ਹੈਗਾ ਕਿ ਉਹਨਾਂ ਨੂੰ ਬਿਲਕੁਲ ਵੀ ਕਿਸੇ ਕਿਸਾਨ ਲੀਡਰ ਦੇ ਵਰਖਲਾਫ ਕੋਈ ਗੱਲ ਨਹੀਂ ਕਰਨੀ ਚਾਹੀਦੀ। ਦੂਸਰਾ, ਜਿਹੜਾ ਉਹ ਜੰਤਰ ਮੰਤਰ ਤੇ ਬੈਠੇ ਆ, ਮੈਂ ਇਸ ਗੱਲ ਦੀ ਤਾਰੀਫ ਵੀ ਕਰਦਾ, ਸਾਡੇ ਪੰਜਾਬ ਤੋਂ ਚੁਣ ਕੇ ਗਏ ਹੋਏ ਸਾਰੇ MP ਸਾਹਿਬਾਨ ਅੱਜ ਕੜਕਦੀ ਠੰਡ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਠੰਡੀਆਂ ਰਾਤਾਂ ਗੁਜ਼ਾਰ ਰਹੇ ਆ। ਪੂਰੀ ਦੁਨੀਆ ਦਾ ਧਿਆਨ ਇਸ ਅੰਦੋਲਨ ਵਾਲੇ ਪਾਸੇ ਖਿੱਚਣ ਵਾਸਤੇ। ਮੈਂ ਇਹ ਨਹੀਂ ਹੈਗਾ ਕਿ ਵਿਰੋਧ ਦੇ ਵਿੱਚ ਇਸ ਕਰਕੇ ਵਿਰੋਧੀਆਂ ਤੇ ਵਿਰੋਧ ਹੀ ਕਰੂੰਗਾ। ਜਿਹੜੀ ਗੱਲ ਉਹਨਾਂ ਦੀ ਵਾਜਬ ਚੰਗੀ ਆ, ਉਹ ਜੰਤਰ ਮੰਤਰ ਤੇ ਧਰਨਾ ਲਾਈ ਬੈਠੇ ਆ, ਚੰਗੀ ਗੱਲ ਹੈਗੀ ਆ, ਪਰ ਕਿਸਾਨ ਲੀਡਰਾਂ ਦੇ ਵਰਖਲਾਫ ਕੋਈ ਸ਼ਬਦਾਵਲੀ ਉਹ ਵਰਤਣ, ਮੇਰਾ ਉਹਨਾਂ ਨੂੰ ਬੇਨਤੀ ਤੇ ਸੁਝਾਅ ਕਿ ਇਹ ਕੰਮ ਬੰਦ ਕਰ ਦਿਓ। ਕਾਂਗਰਸ ਨੇ ਵੀ ਕਿਹਾ, ਸੁਨੀਲ ਜਾਖੜ ਦਾ ਬਿਆਨ ਆਇਆ ਕਿ ਉਹ ਵੀ 14 ਤਰੀਕ ਨੂੰ ਜਿਹੜੇ ਉਹ ਜਾਮ ਕਰਨਗੇ ਤੇ 12 ਤਰੀਕ ਨੂੰ ਵੀ ਧਰਨੇ ਲਾਉਣਗੇ, ਪਰ ਕਿਸਾਨ ਕਹਿ ਰਹੇ ਕਿ ਸਾਨੂੰ ਸਿਆਸੀਕਰਨ ਨਹੀਂ ਚਾਹੀਦਾ ਸਾਡੇ ਧਰਨਿਆਂ ਦਾ। ਦੇਖੋ ਦੋਸਤ, ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰਦਾ। ਕਿਸਾਨਾਂ ਦੇ ਕੋਲੇ ਬੜਾ ਬਿਟਰ ਐਕਸਪੈਰੀਮੈਂਟਸ ਹੈਗੇ ਆ, ਬਿਟਰ ਐਕਸਪੀਰੀਅੰਸ ਹੈਗਾ ਉਹਨਾਂ ਦੇ ਕੋਲੇ। ਜਦੋਂ ਰਾਜਨੀਤਿਕ ਪਾਰਟੀਆਂ ਇਦਾਂ ਦੇ ਅੰਦੋਲਨਾਂ ਦੇ ਵਿੱਚ ਪਾਰਟਿਸਿਪੇਟ ਕਰਦੀਆਂ ਤੇ ਫਿਰ ਅੰਦੋਲਨ ਖੇਰੂ ਹੋ ਜਾਂਦੇ ਆ। ਮੈਂ ਗਿਆ 26, 27, 28 ਪਹਿਲੇ 3 ਦਿਨ ਤੇ ਹੁਣ 2 ਦਿਨ ਰਾਤ ਵਾਪਸ ਆਇਆ। ਨੋ ਨੀਡ ਆਫ ਸਟੇਜ, ਸਾਨੂੰ ਸਟੇਜ ਤੇ ਮਾਈਕ ਦੀ ਨਹੀਂ ਜ਼ਰੂਰਤ। ਅਸੀਂ ਪਾਰਟਿਸਿਪੇਟ ਕਰਨ ਗਏ ਆ, ਸਾਡੀ ਸਾਰੀ ਪਾਰਟੀ ਦੇ ਹਰ ਜ਼ਿਲ੍ਹੇ ਤੋਂ ਲੋਕ ਪਹੁੰਚੇ ਹੋਏ ਆ ਉੱਥੇ। ਉਹ ਆਪੋ ਆਪਣੇ ਢੰਗ ਦੇ ਨਾਲ ਅੰਦੋਲਨ ਦਾ ਹਿੱਸਾ ਬਣ ਰਹੇ। ਅਸੀਂ ਅੰਦੋਲਨ ਦਾ ਹਿੱਸਾ ਬਣਨਾ, ਸਾਨੂੰ ਸਟੇਜ ਜਾਂ ਮਾਈਕ ਦੀ ਨਹੀਂ ਜ਼ਰੂਰਤ।
ਜਿਹੜੇ ਲੋਕ ਸਟੇਜ ਤੇ ਮਾਈਕ ਚਾਹੁੰਦੇ ਆ ਉਹਦਾ ਮਤਲਬ ਹੈਗਾ ਕਿ ਉਹ ਕਿਸਾਨ ਦੇ ਅੰਦੋਲਨ ਨੂੰ ਕਿਸੇ ਹੋਰ ਦਿਸ਼ਾ ਵਾਲੇ ਪਾਸੇ ਜਾਂ ਡਿਵਾਈਡ ਕਰਨ ਵਾਲੇ ਪਾਸੇ ਲੈ ਜਾਣਗੇ। ਸੋ ਜਿਹੜਾ ਕਿਸਾਨ ਜਥੇਬੰਦੀਆਂ ਦਾ ਇਹ ਫੈਸਲਾ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਲੀਡਰ ਨੂੰ ਅਸੀਂ ਨਹੀਂ ਆਉਣ ਦੇਣਾ ਸਟੇਜ ਦੇ ਉੱਤੇ, ਉਹ ਦਰੁਸਤ ਹੈਗਾ। ਜੇਪੀ ਨੱਡਾ ਦੇ ਪੱਛਮੀ ਬੰਗਾਲ ਦੇ ਵਿੱਚ ਹਮਲਾ ਹੋਇਆ, ਅਟੈਕ ਹੋਇਆ, ਉਹਨਾਂ ਦੇ ਪਥਰਾਅ ਹੋਇਆ ਉਹਨਾਂ ਦੇ ਕਾਫਲੇ ਤੇ, ਉਸ ਤੋਂ ਬਾਅਦ ਉਹ ਬਿਆਨ ਦਿੰਦੇ ਨੇ ਕਿ ਇਹ ਸਭ ਸੋਚੀ ਸਮਝੀ ਸਾਜ਼ਿਸ਼ ਤੇ ਸਿਆਸੀਕਰਨ ਹੋਇਆ। ਮੈਨੂੰ ਇਉਂ ਲੱਗਦਾ ਕਿ ਇਹ ਪੱਛਮੀ ਬੰਗਾਲ ਦੇ ਵਿੱਚ ਆਪਣਾ ਵੋਟ ਬੈਂਕ ਵਧਾਉਣ ਵਾਸਤੇ ਬੀਜੇਪੀ ਦੁਆਰਾ ਕੀਤੀ ਗਈ ਇੱਕ ਸਾਜ਼ਿਸ਼ ਹੈਗੀ ਆ। ਆਪਣੇ ਮੂੰਹ ਦੇ ਉੱਤੇ ਆਪੇ ਹੀ ਮਾਰਿਆ ਹੋਇਆ ਥੱਪੜ ਹੈਗਾ ਇਹ। ਲੱਗਦਾ ਕਿ ਇਹ ਬੀਜੇਪੀ ਨੇ ਆਪਣੀਆਂ ਏਜੰਸੀਆਂ ਦੇ ਛੱਡੇ ਹੋਏ ਬੰਦਿਆਂ ਤੋਂ ਹੀ ਇਹ ਪਥਰਾਵ ਕਰਾਇਆ ਤਾਂ ਜੋ ਪੱਛਮੀ ਬੰਗਾਲ ਦੇ ਵੋਟਰ ਨੂੰ ਪ੍ਰਭਾਵਿਤ ਕਰਕੇ ਆਉਣ ਵਾਲੀ ਸੂਬੇ ਦੀ ਇਲੈਕਸ਼ਨ ਦੇ ਵਿੱਚ ਬੀਜੇਪੀ ਸੱਤਾ ਦੇ ਵਿੱਚ ਆ ਸਕੇ। ਪਰ ਬੀਜੇਪੀ ਵਾਲੇ ਭੁੱਲ ਜਾਣ ਕਿ ਉਹਨਾਂ ਨੂੰ ਕਿਸਾਨ ਅੰਦੋਲਨ ਤੋਂ ਬਾਅਦ ਇੱਕ ਖੇਤੀ ਦਾ ਕਾਲਾ ਕਾਨੂੰਨ ਲਿਆਉਣ ਤੋਂ ਬਾਅਦ ਦੇਸ਼ ਦੇ ਕਿਸੇ ਸੂਬੇ ਦੇ ਵਿੱਚ ਸੱਤਾ ਪ੍ਰਾਪਤ ਹੋਵੇਗੀ, ਜੋ ਮਰਜ਼ੀ ਮਾੜੇ ਹੱਥਕੰਡੇ ਅਪਣਾ। ਵਿਜੇ ਸਾਂਪਲਾ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜੇ ਆ ਉਹ ਸਰਕਾਰ ਦੀ ਗੱਲ ਮੰਨਣ ਨੂੰ ਤਿਆਰ ਹੈ ਤੇ ਸਰਕਾਰ ਵੀ, ਪਰ ਉਹ ਕਹਿ ਰਹੇ ਕਿ ਕਿਸਾਨਾਂ ਵਿੱਚ ਇਕਜੁੱਟਤਾ ਨਹੀਂ ਹੈਗੀ। ਬੀਜੇਪੀ ਦੇ ਆਗੂ ਕਹਿ ਰਹੇ। ਦੇਖੋ, ਜਿਹੜੇ ਮੋਦੀ ਤੇ ਬੀਜੇਪੀ ਦੇ ਹੱਥ ਠੋਕਾ ਲੀਡਰ ਆ, ਚਾਹੇ ਉਹ ਸਾਂਪਲਾ ਜੀ ਹੈਗੇ ਆ, ਉਹ ਅਸ਼ਵਨੀ ਜੀ ਹੈਗੇ ਆ, ਉਹਨਾਂ ਦਾ ਮਜਬੂਰੀ ਆ ਕਿ ਉਹ ਆਪਣੇ ਕੇਂਦਰ ਕਾਮਾਂ ਦੀ ਬੋਲੀ ਬੋਲਣਗੇ। ਤੁਹਾਨੂੰ ਕਿੱਥੇ ਇਕਸੁਰਤਾ ਦੀ ਕਮੀ ਲੱਗੀ ਆ? ਮੀਡੀਆ ਨੂੰ ਕਿਤੇ ਕੋਈ ਇਕਸੁਰਤਾ ਦੀ ਕਮੀ ਲੱਗੀ ਹੋਵੇ ਕਿਸਾਨ ਲੀਡਰ ਦੇ ਅੰਦਰ ਜਾਂ ਕਿਸਾਨਾਂ ਦੇ ਅੰਦਰ? ਅੱਜ ਤਾਂ ਇਸ ਗੱਲ ਦੀ ਵਧਾਈ ਦੇ ਪਾਤਰ ਹੈਗੇ ਆ ਹਰਿਆਣਾ ਤੇ ਪੰਜਾਬ ਦੇ ਕਿਸਾਨ, ਜਿਨ੍ਹਾਂ ਨੇ ਪੂਰੇ ਦੇਸ਼ ਦੇ ਕਿਸਾਨ ਨੂੰ ਜਗਾ ਕੇ ਇੱਕ ਪਲੇਟਫਾਰਮ ਤੇ ਲੈ ਆਂਦਾ। ਪਹਿਲਾਂ ਐਮਐਸਪੀ ਤੇ ਸਰਕਾਰੀ ਖਰੀਦ ਸਿਰਫ ਤੇ ਸਿਰਫ ਪੰਜਾਬ ਤੇ ਹਰਿਆਣਾ, ਜਿੱਥੇ ਮੰਡੀਕਰਨ ਢਾਂਚਾ ਮਜ਼ਬੂਤ ਸੀਗਾ, ਸਟਰੋਂਗ ਸੀ, ਅੱਜ ਪੂਰੇ ਦੇਸ਼ ਦਾ ਕਿਸਾਨ ਜਾਗਰੂਕ ਹੋਇਆ। ਉਹ ਕਿਹਦੀ ਬਦੌਲਤ ਹੋਇਆ? ਉਹ ਕਿਸਾਨ ਦੀ ਏਕਤਾ, ਪੰਜਾਬ ਤੇ ਹਰਿਆਣਾ ਦੇ ਕਿਸਾਨ ਦੀ ਪਹਿਲ ਕਦਮੀ ਕਰਕੇ। ਅੱਜ ਪੂਰੇ ਦੇਸ਼ ਦਾ ਕਿਸਾਨ ਕਹਿੰਦਾ ਕਿ ਐਮਐਸਪੀ ਸਾਨੂੰ ਵੀ ਚਾਹੀਦੀ ਹੈ, ਸਰਕਾਰੀ ਖਰੀਦ ਸਾਨੂੰ ਵੀ ਚਾਹੀਦੀ ਹੈ। ਸੋ ਇਹ ਤਾਂ ਇਹ ਕਹਿ ਦਈਏ ਕਿ ਮੋਦੀ ਸਰਕਾਰ ਨੇ ਖੱਖਰ ਦੇ ਵਿੱਚ ਹੱਥ ਪਾ ਲਿਆ, ਖੱਖਰ ਦੇ ਵਿੱਚ ਹੱਥ ਪਾਇਆ ਹੋਇਆ ਤੇ ਉਹ ਹੱਥ ਸੌਖੇ ਤਰੀਕੇ ਦੇ ਨਾਲ ਛੁੱਟਣ ਵਾਲਾ ਨਹੀਂ ਹੈਗਾ। ਮੈਂ ਸਭ ਇੱਕ ਨਾ ਜੀ ਬੀਕੇਯੂ ਉਗਰਾਹਾਂ ਨੇ ਕੱਲ ਉੱਥੇ ਮੰਗ ਕੀਤੀ ਹੈ ਕਿ ਲੈਫਟਿਸਟ ਜਿੰਨੇ ਵੀ ਅਰੈਸਟ ਕੀਤੇ ਹੋਏ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਇੱਕ ਨਵੀਂ ਮੰਗ ਹੋਈ ਕਿਸਾਨ ਅੰਦੋਲਨ ਦੇ ਵਿੱਚ ਇੱਕ ਲੈਫਟਿਸਟ ਵਾਲਾ ਉਹ ਆ ਗਿਆ। ਕੀ ਲੱਗਦਾ ਤੁਹਾਨੂੰ ਜਾਇਜ਼ ਹੈ ਜਾਂ ਕੀ ਕਹਿ ਸਕਦੇ? ਦੇਖੋ, ਅਸੀਂ ਇਹ ਜ਼ਰੂਰ ਕਵਾਂਗੇ ਕਿ ਜਿਹੜਾ ਕਾਨੂੰਨ ਅਨੁਸਾਰ ਕੋਈ ਬਣਦੀ ਸਜ਼ਾ ਭੁਗਤ ਚੁੱਕਿਆ, ਦੋ ਤਰ੍ਹਾਂ ਦੇ ਸੈਗਮੈਂਟਸ ਨੇ। ਇੱਕ ਤਾਂ ਉਹਨੂੰ ਤੁਰੰਤ ਰਿਹਾ ਕਰੋ ਤੁਸੀਂ, ਜਿਹਦੀ ਵੱਖ-ਵੱਖ ਸਮੇਂ ਦੇ ਉੱਤੇ ਪੰਜਾਬ ਹਰਿਆਣਾ ਦੇ ਵਿੱਚੋਂ ਇਹ ਆਵਾਜ਼ ਉੱਠਦੀ ਰਹੀ ਆ, ਵੱਡੇ ਸੰਘਰਸ਼ ਵੀ ਹੋਏ ਆ। ਤੇ ਦੂਸਰਾ, ਜਿਹੜੇ ਝੂਠੇ ਮੁਕੱਦਮਿਆਂ ਦੇ ਵਿੱਚ, ਡੈਮੋਕ੍ਰੇਸੀ ਦੇ ਅੰਦਰ ਝੂਠਾ ਮੁਕੱਦਮਾ ਪੁਲਿਸ ਦੀ ਮਜਬੂਰੀ ਬਣ ਜਾਂਦੀ ਆ ਕਿ ਉਹ ਰੂਲਿੰਗ ਦੇ ਆਖੇ ਲਾ ਕੇ ਝੂਠੇ FIR ਦੇ ਦਿੰਦੀ ਆ। ਸੋ ਝੂਠੇ ਮੁਕੱਦਮਿਆਂ ਦੇ ਵਿੱਚ ਜਿਹੜੇ ਉਗਰਾਹਾਂ ਸਾਹਿਬ ਦਾ ਸਟੇਟਮੈਂਟ ਆ, ਜਿਹੜੇ ਝੂਠੇ ਮੁਕੱਦਮਿਆਂ ਦੇ ਵਿੱਚ ਕੋਈ ਟੈਕਨੋਕ੍ਰੇਟਸ, ਕੋਈ ਪੜ੍ਹੇ ਲਿਖੇ ਬੁੱਧੀਜੀਵੀ ਅੰਦਰ ਆ, ਉਹਨਾਂ ਨੂੰ ਸਰਕਾਰ ਛੱਡ ਦੇਵੇ ਤਾਂ ਦੇਸ਼ ਦਾ ਮਾਹੌਲ ਚੰਗਾ ਸੁਖਾਵਾਂ ਹੋ ਸਕਦਾ। ਉਹ ਸਟੇਜ ਠੀਕ ਸੀ ਕਿ ਮਤਲਬ ਫਾਰਮਰ ਅੰਦੋਲਨ ਨੂੰ ਕਿਤੇ ਹੋਰ ਲੈਫਟਿਸਟ ਵਾਲੇ ਪਾਸੇ ਚਲੇ ਗਿਆ, ਆਪਾਂ ਇੱਕ ਮੌਕਾ ਦਿੱਤਾ ਕਿ ਹਾਂਜੀ। ਦੇਖੋ, ਮੈਂ ਇਹਦੇ ਵਿੱਚ ਬੜਾ ਸਪਸ਼ਟ ਹੈਗਾ। ਕਿਸਾਨ ਸੰਘਰਸ਼ ਚਲਾ ਰਹੀਆਂ ਜਿਹੜੀਆਂ 31 ਸ਼ਖਸੀਅਤਾਂ ਹੈਗੀਆਂ ਨੇ, 31 ਜਥੇਬੰਦੀਆਂ ਦੇ ਸਤਿਕਾਰਯੋਗ ਆਗੂ ਸਹਿਬਾਨ ਸੰਘਰਸ਼ ਕਮੇਟੀ ਦੇ ਰੂਪ ਦੇ ਵਿੱਚ ਅੰਦੋਲਨ ਚਲਾ ਰਹੇ ਆ। ਇਹ ਵਿਸ਼ਾ ਮੈਂ ਕੁਛ ਇਹਦੇ ਤੇ ਬੋਲ ਦਵਾਂ ਗਲਤ ਹੋਏਗਾ। ਇਹ ਵਿਸ਼ਾ ਉਹ 31 ਜਥੇਬੰਦੀਆਂ ਦੇ ਸਤਿਕਾਰਯੋਗ ਕਿਸਾਨ ਆਗੂਆਂ ਤੋਂ ਪੁੱਛ ਕੇ ਜਵਾਬ ਲੈਣ ਵਾਲਾ ਵਿਸ਼ਾ ਹੈਗਾ। ਥੈਂਕ ਯੂ।